सत श्री अकाल दोस्तों, मैं अमन पंगू बोलदा कंसलटेंट्स तो। सो दोस्तों, अज तुहाडे नाल कुछ इन्फॉर्मेशन साझी करनी है SBO बारे, जिहड़ा कि स्मॉल बिजनेस ओनर क्वीनसलैंड दे विच एक वीज़ा तुसीं सुनिया होएगा। सो सब तो पहला तो ये मैं पहला भी एक बार वीडियो बनाई सी, उहदे विच भी एक जिहड़ी मिसअंडरस्टैंडिंग है कि इहनूं बिजनेस वीज़ा ही कहा जाता है। सब तो पहला ਆਪਾਂ ਇਹਦੇ बारे गल करांगे कि वीज़ा है किहड़ा। सो SBO बेसिकली इट्स अ स्मॉल बिजनेस ओनर, ये एक स्ट्रीम है क्वीनसलैंड गौरमेंट की, ਜਿਹਦੇ ਵਿੱਚ क्वीनसलैंड गौरमेंट ने क्राइटेरिया रखा है कि ਤੁਸੀਂ ਉਹ क्राइटेरिया पूरा करो तो ਅਸੀਂ ਤੁਹਾਨੂੰ सब क्लास 491 ਜਿਹੜਾ ਵੀਜ਼ਾ ਉਹ ਦੇਵਾਂਗੇ। ਸੋ ਇੱਕ ਸਕਿਲਡ ਵੀਜ਼ਾ 491 ਜਿਹਦੇ ਵਿੱਚ ਤੁਹਾਡੇ ਕੋਲੇ ਆਸਟ੍ਰੇਲੀਆ ਦੇ ਵਿੱਚ ਤੁਸੀਂ ਹੋਣੇ ਚਾਹੀਦੇ ਹੋ ਤੇ ਤੁਹਾਡੇ ਕੋਲੇ ਫੁੱਲ ਟਾਈਮ ਜਿਹੜੇ ਵਰਕ ਰਾਈਟ ਹੋਣੇ ਚਾਹੀਦੇ ਨੇ ਤੇ ਇਹਦੀਆਂ ਰਿਕੁਆਇਰਮੈਂਟਸ ਕੀ ਨੇਗੀਆਂ ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ, ਕਿਉਂਕਿ ਕੁਝ ਰੂਲਸ 1 ਅਪ੍ਰੈਲ ਤੋਂ क्वीनसलैंड गौरमेंट ਹੈ ਜਿਹੜੀ ਉਹ ਚੇਂਜ ਕਰ ਰਹੀ ਹੈ SBO ਦੇ। ਸੋ ਆਪਾਂ ਉਹਨਾਂ ਬਾਰੇ ਡਿਸਕਸ ਕਰਦੇ ਹਾਂ ਕਿ ਉਹ ਕੀ ਰੂਲ ਸੀ ਤੇ ਕੀ ਚੇਂਜਸ ਆ ਰਹੀਆਂ ਨੇ। ਸੋ ਅੱਜ ਦੀ ਘੜੀ ਦੇ ਵਿੱਚ ਕੱਲ ਤੱਕ ਜਿਹੜਾ ਰੂਲ ਹੈ ਉਹ ਇਹ ਹੈ ਕਿ ਤੁਸੀਂ $1 ਲੱਖ ਇਨਵੈਸਟ ਕਰਨਾ ਤੇ ਕੋਈ ਚੱਲਦਾ ਹੋਇਆ ਬਿਜ਼ਨਸ ਖਰੀਦਣਾ ਜਿਹੜਾ ਪਿਛਲੇ 1 ਸਾਲ ਤੋਂ ਚੱਲ ਰਿਹਾ ਹੈ। ਸੋ 1 ਅਪ੍ਰੈਲ ਤੋਂ ਜਿਹੜੀ ਚੇਂਜ ਆ ਰਹੀ ਹੈ, ਸਭ ਤੋਂ ਪਹਿਲੀ ਉਹ ਇਹ ਹੈ ਕਿ ਜੋ ਤੁਸੀਂ ਪ੍ਰੀ ਐਗਜ਼ਿਸਟਿੰਗ ਬਿਜ਼ਨਸ ਖਰੀਦ ਰਹੇ ਹੋਗੇ ਉਹ 1 ਸਾਲ ਦੀ ਬਜਾਏ 2 ਸਾਲ ਪੁਰਾਣਾ ਹੋਣਾ ਚਾਹੀਦਾ। ਮਤਲਬ ਕਿ ਕੋਈ ਤੁਸੀਂ ਨਵਾਂ ਸੈਟਅਪ ਨਹੀਂ ਕਰ ਸਕਦੇ, ਨਵਾਂ ਸਟਾਰਟਅਪ ਬਿਜ਼ਨਸ ਨਹੀਂ ਕਰ ਸਕਦੇ ਹੈਗੇ ਤੇ ਕੋਈ ਬਿਜ਼ਨਸ ਜਿਹੜਾ 2 ਸਾਲ ਤੋਂ ਘੱਟ ਪੁਰਾਣਾ ਉਹ ਤੁਸੀਂ ਖਰੀਦ ਨਹੀਂ ਸਕਦੇ। ਜੇ ਖਰੀਦਦੇ ਹੋਗੇ ਤਾਂ ਤੁਹਾਡੀ ਜਿਹੜੀ SBO ਦੀ ਐਪਲੀਕੇਸ਼ਨ ਹੈ, ਜਿਹੜੀ ਨੋਮੀਨੇਸ਼ਨ ਦੀ ਐਪਲੀਕੇਸ਼ਨ ਹੈ, ਉਹ ਰਿਫਿਊਜ਼ ਹੋ ਸਕਦੀ ਹੈ। ਦੂਸਰੀ ਜਿਹੜੀ ਚੇਂਜ ਹੈਗੀ ਉਹ ਇਹ ਆ ਰਹੀ ਹੈ ਕਿ $1 ਲੱਖ ਦੀ ਜਿਹੜੀ ਇਨਵੈਸਟਮੈਂਟ ਪਹਿਲਾਂ ਤੁਸੀਂ ਕੱਲ ਤੱਕ ਜਿਹੜਾ ਅੱਜ ਦਾ ਰੂਲ ਹੈ ਕਿ ਕੱਲ ਤੱਕ ਤੁਸੀਂ $1 ਲੱਖ ਇਨਵੈਸਟ ਕਰਨਾ, ਉਹ ਤੁਹਾਡੀ ਟੋਟਲ ਇਨਵੈਸਟਮੈਂਟ ਹੈ, ਜਿਹਦੇ ਵਿੱਚ ਕਿ ਤੁਸੀਂ ਹੋ ਸਕਦਾ ਬਿਜ਼ਨਸ 65,000 ਦਾ ਖਰੀਦਿਆ ਹੋਵੇ ਤੇ ਜਿਹੜੀ ਬਾਕੀ ਦੀ ਅਮਾਊਂਟ ਹੈ ਉਹ ਤੁਸੀਂ ਅਗਲੇ 6 ਮਹੀਨਿਆਂ ਦੇ ਵਿੱਚ ਸਪੈਂਡ ਕਰਨੀ ਹੈ ਤੁਹਾਡੀ ਜਿਹੜੀ EOI ਉਹ ਲੌਜਮੈਂਟ ਕਰਨ ਤੋਂ ਪਹਿਲਾਂ। ਲੇਕਿਨ 1 ਅਪ੍ਰੈਲ ਤੋਂ ਇੱਕ ਵੱਡੀ ਚੇਂਜ ਹੈ ਜਿਹੜੀ ਉਹ ਇਹ ਆ ਰਹੀ ਹੈ ਕਿ ਜਿਹੜੀ ਵੈਲਿਊ ਹੈਗੀ ਬਿਜ਼ਨਸ ਦੀ, ਜਿਹੜਾ ਤੁਸੀਂ ਬਿਜ਼ਨਸ ਪਰਚੇਸ ਕਰ ਰਹੇ ਹੋ ਉਹਦਾ ਮਿਨੀਮਮ ਪ੍ਰਾਈਸ ਹੈ ਉਹ $1 ਲੱਖ ਹੋਣਾ ਚਾਹੀਦਾ। ਸੋ ਇੱਕ ਬਹੁਤ ਵੱਡਾ ਚੇਂਜ ਹੈ ਜਿਹਦੇ ਵਿੱਚ ਕਿ ਕਈ ਬਿਜ਼ਨਸ ਨੇ ਜਿਹੜੇ ਕੁਆਲੀਫਾਈ ਨਹੀਂ ਕਰਨਗੇ, ਜਿਨ੍ਹਾਂ ਦੀ ਜਿਹੜੀ ਵੈਲਿਊ ਹੈਗੀ ਉਹ 40-50,000 $60,000 ਜਾਂ $70,000 ਹੈਗੀ ਜਾਂ ਈਵਨ $99,000 ਵੀ ਹੈ, ਉਹ ਕੁਆਲੀਫਾਈ ਨਹੀਂ ਕਰਨਗੇ SBO ਦੇ ਅੰਡਰ। ਸੋ ਅਗਰ ਤੁਸੀਂ ਕੋਈ ਬਿਜ਼ਨਸ ਨੂੰ ਅੱਗੇ ਖਰੀਦਣਾ ਹੈਗਾ ਤਾਂ ਉਹਦੀ ਜਿਹੜੀ ਵੈਲਿਊ ਹੈਗੀ ਉਹ ਘੱਟੋ ਘੱਟ $1 ਲੱਖ ਦੀ ਹੋਣੀ ਚਾਹੀਦੀ ਹੈ। ਤੀਜੀ ਜਿਹੜੀ ਮੇਜਰ ਚੇਂਜ ਹੈ ਉਹ ਕੀ ਆ ਰਹੀ ਹੈ ਕਿ ਹੁਣ ਤੱਕ ਜਦੋਂ ਦਾ ਇਹ ਪ੍ਰੋਗਰਾਮ ਸਟਾਰਟ ਹੋਇਆ ਕਈ ਤਰ੍ਹਾਂ ਦੇ ਬਿਜ਼ਨਸ ਜਿਹੜੇ SBO ਦੇ ਵਿੱਚ ਯੂਜ਼ ਹੋਏ ਨੇ, ਜਿਹਦੇ ਵਿੱਚ ਕਿ ਜਿੱਦਾਂ ਪੈਟਰੋਲ ਪੰਪ ਹੋ ਗਏ ਜਾਂ ਆਪਣੇ ਵੈਨਸ ਜਿਹੜੀਆਂ ਹੁੰਦੀਆਂ ਨੇ, ਆਪਣੇ ਕੋਰੀਅਰ ਵੈਨ ਹੋ ਗਈਆਂ ਜਾਂ ਇਵਨ ਟਰੱਕਿੰਗ ਕੰਪਨੀ ਦੇ ਵਿੱਚ। ਉਹਦੇ ਵਿੱਚ ਕੀ ਸੀਗਾ ਕਿ ਜਿਹੜੇ ਐਪਲੀਕੈਂਟ ਸੀਗੇ ਉਹ ਸਬ ਲੀਜ਼ ਕਰ ਲੈਂਦੇ ਸੀ ਜਿਹੜੇ ਮੇਨ ਫਰੈਂਚਾਈਜ਼ਰ ਹੁੰਦੇ ਨੇਗੇ ਉਹਨਾਂ ਦੇ ਨਾਲ। ਫੋਰ ਐਗਜ਼ਾਮਪਲ ਕਿਸੇ ਦਾ ਲਿਬਰਟੀ ਦਾ ਪੰਪ ਹੈ ਜਾਂ ਸ਼ੈਲ ਦਾ ਪੰਪ ਹੈ, ਤੁਸੀਂ ਉਹ ਲਿਆ ਹੋਇਆ ਤਾਂ ਜਿਹੜੇ ਐਪਲੀਕੈਂਟ ਸੀਗੇ ਉਹ ਜਿਨ੍ਹਾਂ ਨੇ ਲਿਆ ਹੁੰਦਾ ਸੀ ਉਹ ਵੱਡੀ ਕੰਪਨੀ ਤੋਂ ਉਹਦੇ ਨਾਲ ਸਬ ਲੀਜ਼ ਕਰ ਲੈਂਦੇ ਸੀ। ਸੋ 1 ਅਪ੍ਰੈਲ ਤੋਂ ਉਹ ਜਿਹੜੀ ਚੇਂਜ ਹੈਗੀ ਉਹ ਇਹ ਆ ਰਹੀ ਹੈ ਕਿ ਤੁਸੀਂ ਸਬ ਲੀਜ਼ ਨਹੀਂ ਕਰ ਸਕਦੇ, ਤੁਹਾਨੂੰ ਜਿਹੜੀ ਫਰੈਂਚਾਈਜ਼ਰ ਕੰਪਨੀ ਹੈ ਉਹਦੇ ਨਾਲ ਡਾਇਰੈਕਟਲੀ ਲੀਜ਼ ਕਰਨੀ ਪੈਣੀ ਹੈ ਤਾਂ ਹੀ ਤੁਸੀਂ ਕੁਆਲੀਫਾਈ ਕਰ ਸਕਦੇ ਹੋ SBO ਦੇ ਅੰਡਰ। ਸੋ ਦੂਸਰੇ ਜਿਹੜੇ ਬਿਜ਼ਨਸ ਹੋਮ ਬੇਸਡ ਬਿਜ਼ਨਸਿਸ ਜਿੱਦਾਂ ਕਿ ਵੈਨਸ ਹੁੰਦੀਆਂ ਨੇ, ਕੋਰੀਅਰ ਵੈਨਸ ਹੋ ਗਈਆਂ ਜਾਂ ਕਲੀਨਿੰਗ ਬਿਜ਼ਨਸ ਹੋ ਗਏ ਜਾਂ ਹੋਰ ਕਈ ਇੱਦਾਂ ਦੇ ਪ੍ਰਕਾਰ ਦੇ ਬਿਜ਼ਨਸ ਹੁੰਦੇ ਨੇ ਕਿ ਜਿਹਦੇ ਵਿੱਚ ਤੁਹਾਨੂੰ ਕਿਸੇ ਕਮਰਸ਼ੀਅਲ ਆਫਿਸ ਦੀ ਜਾਂ ਕਮਰਸ਼ੀਅਲ ਜਗ੍ਹਾ ਦੀ ਲੋੜ ਨਹੀਂ ਪੈਂਦੀ ਹੈਗੀ, ਬਟ ਘਰ ਦੇ ਉੱਤੋਂ ਹੀ ਤੁਸੀਂ ਆਪਰੇਟ ਕਰਦੇ ਹੋਗੇ, ਤੁਸੀਂ ਉੱਥੇ ਆਪਣਾ ਪੇਪਰ ਵਰਕ ਵਗੈਰਾ ਕਰਦੇ ਹੋਗੇ, ਪਰ ਬਿਜ਼ਨਸ ਤੁਹਾਡਾ ਰੀਜਨਲ ਏਰੀਆ ਦੇ ਵਿੱਚ ਚੱਲ ਰਿਹਾ ਹੁੰਦਾ। ਸੋ ਉਹ ਜਿਹੜੇ ਉੱਦਾਂ ਦੇ ਬਿਜ਼ਨਸਿਸ ਨੇ ਉਹ ਵੀ 1 ਅਪ੍ਰੈਲ ਤੋਂ ਬੰਦ ਹੋ ਰਹੇ ਨੇ ਇਸ ਜਿਹੜੀ ਕ੍ਰਾਈਟੇਰੀਆ ਦੇ ਅੰਦਰ। ਸੋ ਇਹ ਕੁਝ ਚੇਂਜਸ ਨੇ ਜਿਹੜੀਆਂ 1 ਅਪ੍ਰੈਲ ਤੋਂ ਜਾਣੀ ਕਿ ਪਰਸੋਂ ਤੋਂ ਲਾਗੂ ਹੋ ਰਹੀਆਂ ਨੇਗੀਆਂ। ਸੋ ਅਗਰ ਤੁਸੀਂ SBO ਲਈ ਕੁਆਲੀਫਾਈ ਹੋਣਾ ਤਾਂ ਇਹ ਚੀਜ਼ਾਂ ਦਾ ਤੁਹਾਨੂੰ ਧਿਆਨ ਰੱਖਣਾ ਪੈਣਾ ਹੈਗਾ। ਤੇ ਇੱਕ ਸਭ ਤੋਂ ਜਿਹੜੀ ਜ਼ਰੂਰੀ ਗੱਲ ਇਹ ਹੈ ਕਿ ਜਿਹੜੇ ਕੱਲ ਤੱਕ ਜਿਹੜੇ ਬਿਜ਼ਨਸ ਲੈ ਰਹੇ ਨੇ ਕਿ ਤੁਸੀਂ ਉਹ ਕੁਆਲੀਫਾਈ ਕਿਵੇਂ ਕਰੋਗੇ, ਜਿਹੜੇ ਪੁਰਾਣੇ ਰੂਲਸ ਨੇਗੇ ਉਹਦੇ ਵਿੱਚ ਤੁਹਾਡੇ ਕੋਲ ਕੀ ਹੋਣਾ ਚਾਹੀਦਾ ਹੈਗਾ। ਸੋ ਬੇਸਿਕਲੀ ਤੁਹਾਡੇ ਕੋਲ ਕੰਟਰੈਕਟ ਆਫ ਸੇਲ ਹੈ ਜਿਹੜਾ ਉਹ ਮਾਰਚ ਦੀ ਡੇਟ ਦਾ ਹੋਣਾ ਚਾਹੀਦਾ, ਉਹਦੇ ਉੱਤੇ 1 ਅਪ੍ਰੈਲ ਨਹੀਂ ਹੋਣਾ ਚਾਹੀਦਾ, ਕਿਉਂਕਿ ਜੇ ਅਗਰ ਤੁਸੀਂ 1 ਅਪ੍ਰੈਲ ਦੇ ਵਿੱਚ ਤੁਸੀਂ ਆਪਣਾ ਕੰਟਰੈਕਟ ਕੀਤਾ ਸੇਲ ਦਾ ਤਾਂ ਤੁਸੀਂ ਨਵੇਂ ਰੂਲਸ ਦੇ ਵਿੱਚ ਆ ਜਾਓਗੇ। ਸੋ ਮੇਕ ਸ਼ੋਰ ਕਰਿਓ ਕਿ ਤੁਹਾਡਾ ਜਿਹੜਾ ਕੰਟਰੈਕਟ ਆਫ ਸੇਲ ਹੈ ਉਹ 31 ਮਾਰਚ ਤੋਂ ਪਹਿਲਾਂ ਹੈ। ਤੇ ਦੂਸਰਾ ਜਿਹੜਾ ਡਾਕੂਮੈਂਟ ਤੁਸੀਂ ਧਿਆਨ ਰੱਖਣਾ ਉਹ ਹੈ ਸੈਟਲਮੈਂਟ ਸਟੇਟਮੈਂਟ। ਉਹ ਸੈਟਲਮੈਂਟ ਸਟੇਟਮੈਂਟ ਤੁਹਾਡੇ ਸੋਲਿਸਿਟਰ ਜਾਂ ਅਕਾਊਂਟੈਂਟ ਉਹ ਬਣਾ ਕੇ ਤੁਹਾਨੂੰ ਦੇਣਗੇ ਤੇ ਉਹਦੇ ਉੱਤੇ ਕਲੀਅਰਲੀ ਲਿਖਿਆ ਹੁੰਦਾ ਕਿ ਕਿੰਨੇ ਦਾ ਤੁਹਾਡਾ ਬਿਜ਼ਨਸ ਸੀਗਾ ਉਹ ਤੁਸੀਂ ਖਰੀਦਿਆ ਹੈਗਾ, ਜਿਹੜੀ ਸੇਲ ਦੀ ਵੈਲਿਊ ਲਿਖੀ ਹੁੰਦੀ ਹੈਗੀ ਤੇ ਉਹਦੇ ਤੇ ਡੇਟ ਲਿਖੀ ਹੁੰਦੀ ਹੈ ਕਿ ਤੁਹਾਡੀ ਕੰਟਰੈਕਟ ਜਿਹੜੀ ਡੇਟ ਸੀ ਉਹ ਕੀ ਸੀਗੀ ਤੇ ਸੈਟਲਮੈਂਟ ਡੇਟ ਕੀ ਸੀਗੀ। ਸੋ ਸੈਟਲਮੈਂਟ ਡੇਟ ਹੈ ਜਿਹੜੀ ਉਹ ਬਹੁਤ ਜ਼ਰੂਰੀ ਹੈ ਤੇ ਉਹ 31 ਮਾਰਚ ਤੋਂ ਪਹਿਲਾਂ ਹੋਣੀ ਚਾਹੀਦੀ ਹੈ ਤਾਂ ਕਿ ਤੁਸੀਂ ਜਿਹੜੇ ਪੁਰਾਣੇ ਰੂਲਸ ਨੇ ਉਹਨਾਂ ਦੇ ਵਿੱਚ ਕੁਆਲੀਫਾਈ ਕਰ ਸਕੋ। ਸੋ ਦੋਸਤੋ, ਮੈਂ ਉਮੀਦ ਕਰਦਾ ਕਿ ਜਿਹੜੀ ਇਨਫੋਰਮੇਸ਼ਨ ਹੈ ਇਹ ਤੁਹਾਡੇ ਲਈ ਜਾਂ ਤੁਹਾਡੇ ਦੋਸਤਾਂ ਮਿੱਤਰਾਂ ਲਈ ਜਾਂ ਕਿਸੇ ਰਿਸ਼ਤੇਦਾਰ ਲਈ ਜ਼ਰੂਰ ਲਾਹੇਵੰਦ ਹੋਏਗੀ। ਅਗਰ ਤੁਹਾਨੂੰ ਲੱਗਿਆ ਕਿ ਇਹ ਇੰਪੋਰਟੈਂਟ ਹੈ ਤੇ ਕਿਸੇ ਲਈ ਯੂਜ਼ ਹੋ ਸਕਦੀ ਹੈ ਤਾਂ ਪਲੀਜ਼ ਸ਼ੇਅਰ ਜ਼ਰੂਰ ਕਰਿਓ। ਜੇ ਤੁਹਾਨੂੰ ਕਿਸੇ ਨੂੰ ਕੋਈ ਕੁਐਸਚਨ ਹੈ ਤਾਂ ਤੁਸੀਂ 0416 965 968 ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ।